अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਮੇਰੇ ਉਹ ਦੋਸਤ ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ बर वक्त ਤੁਹਾਡੇ ਤੱਕ ਪਹੁੰਚੇ। ਤੇ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ ਤੇ ਕੋਸ਼ਿਸ਼ ਕਰੋ ਕਿ ਮੇਰਾ ਵੀਲੌਗ ਆਖਿਰ ਤੱਕ ਜ਼ਰੂਰ ਦੇਖਿਆ ਕਰੋ। ਜਨਾਬੇ ਅਲੀ ਤੁਹਾਨੂੰ ਜਿਸ ਤਰ੍ਹਾਂ ਮਾਲੂਮ ਹੈ ਕਿ ਅਨਮੋਲ ਪਿੰਕੀ ਨਾਮੀ ਇੱਕ ਕੋਕੇਨ ਕੁਈਨ ਆਪਣੇ ਆਪ ਨੂੰ ਕਹਿਲਾਉਣ ਵਾਲੀ ਉਹ ਪੁਲਿਸ ਦੇ ਕਬਜ਼ੇ ਦੇ ਵਿੱਚ ਆ ਗਈ ਹੈ। ਤੇ ਹੁਣ ਜਨਾਬ ਜਿੱਥੋਂ ਤੱਕ ਰਿਪੋਰਟਾਂ ਆ ਰਹੀਆਂ ਨੇ ਕਿ ਜੱਜ ਸਾਹਿਬ ਜਿਨ੍ਹਾਂ ਨੇ ਉਹਨੂੰ ਜੁਡੀਸ਼ਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਸੀ ਜੇਲ੍ਹ ਦੇ ਵਿੱਚ 14 ਦਿਨ ਵਾਸਤੇ ਤੇ ਉਹਦਾ ਜਨਾਬ 3 ਰੋਜ਼ਾ ਜਿਸਮਾਨੀ ਰਿਮਾਂਡ ਜਿਹੜਾ ਨਾ ਉਹ ਮਨਜ਼ੂਰ ਕਰ ਲਿੱਤਾ ਗਿਆ ਤੇ ਪੁਲਿਸ ਜਿਹੜੀ ਨਾ ਉਹਨੂੰ ਲੈ ਗਈ ਹੈ ਤੇ ਖਵਾਤੀਨ ਦੀ ਜਿਹੜੀ ਇਹ ਪੁਲਿਸ ਸਕੁਆਡ ਹੈਗੀ ਨਾ ਉਹ ਉਹਨੂੰ ਆਪਣੀ ਤਹਵੀਲ ਦੇ ਵਿੱਚ ਲੈ ਗਈ ਹੈ ਤੇ ਉਹਦੇ ਕੋਲੋਂ ਜਨਾਬ ਪੁੱਛਗਿੱਛ ਕਰਦੇ ਆ। ਜਨਾਬ ਜਿਹੜੀ ਕਿ SHO ਹੈਗੀ ਹੈ ਲੇਡੀ ਪੁਲਿਸ ਇੰਸਪੈਕਟਰ ਉਹਨੇ ਜਨਾਬ ਜਦੋਂ ਤਫਤੀਸ਼ ਕਰਨੀ ਸ਼ੁਰੂ ਕੀਤੀ ਅਨਮੋਲ ਪਿੰਕੀ ਕੋਲੋਂ ਤੇ ਤੁਹਾਨੂੰ ਪਤਾ ਉਹਦੀ ਆਡੀਓ ਜਿਹੜੀ ਕਿ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਬਹੁਤ ਤਕੱਬਰ ਤੇ ਗਰੂਰ ਦੇ ਨਾਲ ਗੱਲਾਂ ਕਰ ਰਹੀ ਹੈ ਕਿ ਜੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਫਲਾਣਾ ਟਮਕਾਣਾ, ਠੀਕ ਹੈ। ਤੇ ਬਿਲਕੁਲ ਉਸੇ ਤਰ੍ਹਾਂ ਹੀ ਉਹਨੇ ਉੱਥੇ ਵੀ ਨਾ ਪੁਲਿਸ ਦੇ ਸਾਹਮਣੇ ਵੀ ਜਿਹੜਾ ਨਾ ਕਿਸੇ ਵੀ ਕਿਸਮ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਜਨਾਬ ਫਿਰ SHO ਸਾਹਿਬਾ ਨੇ ਜਦੋਂ ਫਿਰ ਉਹਦੇ ਕੰਨ ਦੇ ਥੱਲੇ ਦਿੱਤੀ ਤੜਾਖ ਕਰਕੇ ਚਪੇੜ ਮਾਰੀ ਜਦੋਂ ਤੇ ਜਨਾਬ ਉਹ ਹੁਣ ਜਿਹੜਾ ਨਾ ਕਹਿਣ ਵਾਲੇ ਕਹਿ ਰਹੇ ਨੇ ਕਿ ਜੀ ਉਹ ਤੋਤੇ ਦੀ ਤਰ੍ਹਾਂ ਬੋਲ ਰਹੀ ਹੈ ਤੇ ਉਹਨੇ ਜਨਾਬ ਬੜੇ ਵੱਡੇ ਵੱਡੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਨੇ ਤੇ ਐਸੇ ਵੱਡੇ ਵੱਡੇ ਨਾਮ ਹੈਗੇ ਨੇ ਕਿ ਜਿਹੜੇ ਤੁਸੀਂ ਸੁਣੋਗੇ ਤੇ ਤੁਹਾਡੇ ਤੋਤੇ ਉੱਡ ਜਾਣਗੇ, ਤੁਹਾਡੇ ਹੋਸ਼ ਉੱਡ ਜਾਣਗੇ ਕਿ ਸਾਡੇ ਮੁਲਕ ਦੇ ਵਿੱਚ ਹੋ ਕੀ ਰਿਹਾ। ਜਨਾਬੇ ਆਲੀ ਉਹਨੇ ਕੋਈ ਸ਼ੋਭਾ ਨਹੀਂ ਛੱਡਿਆ ਇਹਨੇ ਅਨਮੋਲ ਪਿੰਕੀ ਨੇ, ਸਿਆਸਤਦਾਨਾਂ ਤੋਂ ਲੈ ਕੇ शोबिज़ इंडस्ट्री, स्पोर्ट्स इंडस्ट्री, ठीक है, फिर लॉ इंडस्ट्री, ठीक है, यानी कि कानून महकमा कानून वाले यानी कि जिंदगी ते वाबस्ता हर शोबे ते लोगों के नाल जिहड़ा ना उन्हें अपने ताल्लुकात बना के रखे ते उन्होंने जिहड़ा ना उन्हें अपना ड्रग सप्लाई की है, कोकेन सप्लाई की है ते होर दूसरी मंशियात जिहड़ी ना वो सप्लाई करती रही है। तो बाकायदा अनमोल पिंकी ने यह भी इंकशाफ किया है कि यह काम मैं कलिया नहीं किया, मेरी मुआवनत पुलिस का जो डिपार्टमेंट है वह करता रहा तो पुलिस डिपार्टमेंट के मौजूद जोड़े आला अहदेदारान है ने पुलिस ऑफिसर वो करते हैं तो मैं इन्हों लाखां रुपया भत्ता देंदी सी, कमीशन देंदी सी, मंथली देंदी सी, ठीक है। तो उन्होंने खर्चा पानी चाह पानी जो जिन्होंने तुसीं कहंदे वो देंदी सी ते उन्हां दी सरपरस्ती मेरे सिर ते सी ते मैं यह काम धड़ल्ले नाल करदी रही हाँ। उन्हें ना सिर्फ अपना यह काम कराची दे विच कीता, हैदराबाद यानी कि सूबा सिंध, सूबा पंजाब, बलोचिस्तान ते KPK इस्लामाबाद उन्हें ओहदा भाजी पूरा नैटवर्क सी पाकिस्तान दे विच ते इहदे बारे च कहा जाता है कि हर टाइम जिहड़ा ना अपने कोल करोड़ां रुपया कैश रखदी सी कि जिथे कोई मुश्किल आ जाए, कोई पुलिस वाला फड़ ले या कोई ऐसी कोई प्रॉब्लम हो जाए तो उस टाइम जो ना लाख 2 लाख रिश्वत दे के निकल गई उधरों तो यही काम करती होंगी सी। ये सारिया गल्लां दा इंकशाफ जो ना आप अनमोल पिंकी अपने मूँह करती पई है, ठीक है। हुण तुहानूं यह भी दसिया सी अपने पिछले व्लॉग दे विच कि पीपल पार्टी के जिहड़े 2 सीनियर अहदेदारान हैगे ने पीपल पार्टी के उन्हां दे बच्चियां दी जिहड़ी ना हलाकत हुई है, ठीक है, ऐसे ही मंशियात दे इस्तेमाल दे नाल जे उहदे विच हुण नाम क्योंकि सामने आ गए ने सारे उहदा दा नाम लै रहे ने तो फिर असीं भी उहनां दा नाम लै लैंदे आ। सब तो पहले जिहड़ा शख्स हैगा पीपल पार्टी का सीनियर अहदेदारान उहदा नाम है एजाज जाखरानी। इन्हां दा एक बेटा हैगा सी 22-23 साल का नौजवान, ठीक है, तो उहनूं लत्त पै गई नशे दी ते इसे तरह ही इन्हां नशे नुशे करदा रहा तो आइस दे नशा उन्हें बड़ा कोई एक्सट्रीम दे जाके उन्हें करना शुरू कर दिता तो वो तुहानूं पता कि फिर जो तुसीं हाई लैवल का नशा करो तो वो फिर दिल ते भी असर पैंदा
ਤੇ ਉਹਦਾ ਅਸਰ ਦਿਲ 'ਤੇ ਹੋਇਆ, ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ, ਐਸੀਆਂ ਤੇਜ਼ ਹੋਈਆਂ ਕਿ ਉਹ ਵਿਚਾਰਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਤੇ 22-23 ਸਾਲ ਦਾ ਪੁੱਤਰ ਸੀ ਉਹਦਾ, ਇਜਾਜ਼ ਜਕਰਾਨੀ ਦਾ, ਤੇ ਉਹ ਜਿਹੜਾ ਸੀ ਨਾ ਉਹ ਵਿਚਾਰਾ ਫੌਤ ਹੋ ਗਿਆ ਨਸ਼ੇ ਦੇ ਇਸਤੇਮਾਲ ਤੋਂ। ਫਿਰ ਜਨਾਬ ਇੱਕ ਖਾਤੂਨ ਸੈਨੇਟਰ ਹੈਗੀ ਹੈ ਪੀਪਲ ਪਾਰਟੀ ਦੀ, ਸ਼ੈਰੀ ਰਹਿਮਾਨ ਸਾਹਿਬਾ, ਉਹਨਾਂ ਦਾ ਨਾਮ ਵੀ ਜਿਹੜਾ ਨਾ ਲਿੱਤਾ ਇਹਨੇ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਜਿਹੜੀ ਹੈ ਪਿੱਛੇ ਮਹੀਨਾ ਪਹਿਲੇ ਫੌਤ ਹੋਈ ਹੈ, ਉਹ ਵੀ ਜਿਹੜਾ ਸੀ ਨਾ ਮਨਸ਼ਿਆਤ ਦੀ ਆਦੀ ਸੀ, ਤੇ ਉਹ ਵੀ ਮਨਸ਼ਿਆਤ ਇਸਤੇਮਾਲ ਕਰਦੀ ਸੀ, ਆਇਸ ਦਾ ਨਸ਼ਾ ਕਰਦੀ ਸੀ, ਤੇ ਉਹਦੀ ਜਿਹੜੀ ਹਲਾਕਤ ਹੋਈ ਹੈ ਨਾ, ਉਹਦੀ ਜਿਹੜੀ ਵਫਾਤ ਹੋਈ ਹੈ ਉਹ ਇਸੇ ਤਰ੍ਹਾਂ ਹੀ ਹੋਈ ਹੈ ਕਿ ਉਹਨੇ ਵੀ ਐਕਸਟ੍ਰੀਮ ਦੇ ਵਿੱਚ ਨਸ਼ਾ ਕੀਤਾ, ਤੇ ਉਹ ਨਸ਼ਾ ਜਿਹੜਾ ਸੀ ਉਹ ਦਿਲ ਤੱਕ ਪਹੁੰਚਿਆ, ਤੇ ਦਿਲ ਦੀਆਂ ਧੜਕਣਾਂ ਤੇਜ਼ ਹੋਈਆਂ ਨੇ, ਤੇ ਉਹ ਬਸ ਫਿਰ ਉਹ ਹਾਰਟ ਅਟੈਕ ਹੋਇਆ, ਤੇ ਉਹ ਵਿਚਾਰੀ ਜਿਹੜੀ ਨਾ ਉਹ ਵਫਾਤ ਪਾ ਗਈ। ਤੇ ਜਨਾਬ ਜਦੋਂ ਇਹਨਾਂ ਦੋਵਾਂ ਨੇ ਇਸ ਚੀਜ਼ ਨੂੰ ਨੋਟਿਸ ਕੀਤਾ ਕਿ ਜੀ ਕਿ ਸਾਡੇ ਆਪਣੇ ਘਰ ਉਜੜਨੇ ਨੇ, ਠੀਕ ਹੈ, ਤੇ ਫਿਰ ਇਹਨਾਂ ਨੇ ਜਿਹੜਾ ਨਾ ਕੁਛ ਥੋੜ੍ਹਾ ਜਿਹਾ ਅੱਲਾਹ ਤਾਲਾ ਨੇ ਇਹਨਾਂ ਨੂੰ ਹਦਾਇਤ ਦਿੱਤੀ, ਤੇ ਇਹਨਾਂ ਨੇ ਫਿਰ ਜਾ ਕੇ ਪ੍ਰੋਟੈਸਟ ਕੀਤਾ, ਤੇ ਆਪਣੇ ਪੀਪਲ ਪਾਰਟੀ ਦੀ ਹਕੂਮਤ ਤੇ ਸਿੰਧ ਦੇ ਵਿੱਚ ਹੈ ਨਾ, ਤੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ, ਤੇ ਉਹਨਾਂ ਨੇ ਕਿਹਾ ਜੀ ਕਿ ਇਨਾਫ ਇਜ਼ ਇਨਾਫ, ਹੁਣ ਇਹਨਾਂ ਨੂੰ ਫੜੋ, ਇਹਨਾਂ ਨੂੰ ਲਗਾਮਾਂ ਪਾਓ, ਕਿਉਂਕਿ ਇਹ ਅੱਗ ਤੇ ਹੁਣ ਸਾਡੇ ਘਰ ਆ ਗਈ ਹੈ, ਸਾਡੇ ਬੱਚੇ ਜਿਹੜੇ ਨੇ ਉਹ ਨਹੀਂ ਬਚ। ਸ਼ੈਰੀ ਰਹਿਮਾਨ ਦੀ ਇਕਲੌਤੀ ਬੇਟੀ ਸੀ, ਹੋਰ ਉਹਦਾ ਕੋਈ ਧੀ ਪੁੱਤਰ ਨਹੀਂ ਹੈਗਾ, ਇੱਕੋ ਹੀ ਬੇਟੀ ਸੀ, ਇੱਕੋ ਹੀ, ਜਿਹੜੀ ਵਿਚਾਰੀ ਫੌਤ ਹੋ ਗਈ, ਉਹਨੂੰ ਵਿਚਾਰੀ ਨੂੰ ਲੱਗ ਗਈ ਨਸ਼ਾ, ਤੇ ਉਹਦੀ ਦੇ 'ਚ ਉਹ ਫੌਤ ਹੋ ਗਈ। ਫਿਰ ਇਜਾਜ਼ ਜਖਰਾਨੀ ਦਾ ਪੁੱਤਰ ਸੀ, ਉਹਦੇ ਹੋਣਗੇ ਮੇਰਾ ਖਿਆਲ ਕੁਛ ਹੋਰ ਵੀ ਬੱਚੇ ਹੋਣਗੇ, ਲੇਕਿਨ ਇਹ ਬੇਟਾ ਸੀ ਉਹਦਾ, ਇਹ ਵਿਚਾਰਾ ਫੌਤ ਹੋ ਗਿਆ। ਲੇਕਿਨ ਕਹਿਣ ਦਾ ਮਕਸਦ ਹੈਗਾ ਕਿ ਜਦੋਂ ਅੱਗ ਆਪਣੇ ਘਰ ਦੇ ਵਿੱਚ ਲੱਗੀ ਹੈ, ਤੇ ਫਿਰ ਜਨਾਬ ਇਹਨਾਂ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਇੱਕ ਹੋਰ ਡਰੱਗ ਡੀਲਰ ਜਿਹੜੀ ਨਾ ਉਹ ਸਿੰਧ ਤੋਂ ਫੜੀ ਗਈ ਹੈ, ਕਰਾਚੀ ਤੋਂ ਹੀ ਫੜੀ ਗਈ ਹੈ, ਸਿੰਧ ਸੂਬਾ ਹੈ ਤੇ ਕਰਾਚੀ ਕੈਪੀਟਲ ਹੈ, ਤੇ ਉੱਥੋਂ ਫੜੀ ਗਈ, ਉਹਦਾ ਨਾਮ ਹੈ ਨਰਗਿਸ ਉਰਫ ਮਲਿਕਾ। ਇਹ ਵੀ ਜਨਾਬ ਹਾਈ ਲੈਵਲ ਦਾ ਜਿਹੜਾ ਨਾ ਨਸ਼ਾ ਸਪਲਾਈ ਕਰਦੀ ਹੈ, ਤੇ ਇਹਦਾ ਨਾਮ ਵੀ ਜਿਹੜਾ ਨਾ ਉਹ ਲਿਸਟ ਦੇ ਵਿੱਚ ਹੈਗਾ ਕਿ ਇਹ ਵੀ ਟੌਪ ਦੀ ਜਿਹੜੀ ਹੈ ਨਾ ਉਹ ਨਸ਼ਾ ਸਪਲਾਇਰ ਹੈਗੀ ਹੈ, ਠੀਕ ਹੈ। ਕੋਕੇਨ ਵੀ ਵੇਚਦੀ ਹੈ, ਸ਼ਰਾਬ ਵੀ ਵੇਚਦੀ ਹੈ, ਜਿਸ ਤਰ੍ਹਾਂ ਉਹ ਅਨਮੋਲ ਪਿੰਕੀ ਹੈ ਨਾ, ਉਹ ਸ਼ਰਾਬ ਵੀ ਘਰ ਬਣਾਉਂਦੀ ਸੀ ਤੇ ਡਰੱਗ ਵੀ ਆਪ ਬਣਾਉਂਦੀ ਸੀ। ਅਨਮੋਲ ਪਿੰਕੀ ਦੇ ਜਿਹੜੇ ਖਾਵੰਦ ਹੈਗੇ ਸਨ, ਠੀਕ ਹੈ, ਇੱਕ ਜਿਹੜਾ ਖਾਵੰਦ ਸੀ ਉਹ ਨਾਸਰ ਉਹਦਾ ਨਾਮ ਹੈ, ਉਹ ਐਡਵੋਕੇਟ ਹੈਗਾ ਸੀ, ਤੇ ਉਹ ਦੌੜ ਗਿਆ, ਤੇ ਉਹਦੇ ਬਾਰੇ 'ਚ ਕਿਸੇ ਨੇ ਦੱਸਿਆ ਸੀ ਕਿ ਮਰ ਗਿਆ, ਲੇਕਿਨ ਮਰਿਆ ਨਹੀਂ, ਉਹ ਜ਼ਿੰਦਾ, ਉਹ ਦੌੜ ਗਿਆ, ਦੂਸਰੇ ਮੁਲਕ ਦੇ ਵਿੱਚ ਚਲਾ ਗਿਆ, ਤੇ ਉਹ ਜਨਾਬ ਉਹਦੇ ਕੋਲੋਂ ਉਹਨੇ ਇਹ ਕੰਮ ਸਿੱਖਿਆ। ਉਹਨੂੰ ਮਨਸ਼ਿਆਤ ਦਾ ਕੰਮ ਕਰਦਾ ਸੀ ਉਹ ਵੀ, ਤੇ ਉਹ ਹੁਣ ਦੂਸਰੇ ਮੁਲਕ ਦੇ ਵਿੱਚ ਬੈਠ ਕੇ ਤੇ ਉਹ ਇਹ ਕੰਮ ਕਰ ਰਿਹਾ ਧੜੱਲੇ ਦੇ ਨਾਲ, ਤੇ ਉਹਨੇ ਜਨਾਬ ਉਹਦੇ ਕੋਲੋਂ ਇਹ ਕੰਮ ਸਿੱਖਿਆ, ਤੇ ਕੰਮ ਸਿੱਖ ਕੇ ਤੇ ਉਹਨੇ ਘਰ ਹੀ ਆਪਣਾ ਬ੍ਰਾਂਡ ਬਣਾਉਣਾ ਸ਼ੁਰੂ, ਪਿੰਕੀ ਬ੍ਰਾਂਡ, ਠੀਕ ਹੈ ਨਾ। ਪਿੰਕੀ ਦੇ ਨਾਮ ਤੋਂ ਜਿਹੜਾ ਸੀ ਨਾ ਉਹ ਡਰੱਗ ਸਪਲਾਈ ਕਰਦੀ ਸੀ, ਉਹਦੀ ਮਨਸ਼ਿਆਤ ਦੇ ਉੱਤੇ ਪਿੰਕੀ ਦਾ ਨਾਮ ਲਿਖਿਆ ਹੁੰਦਾ ਸੀ ਕਿ ਪਿੰਕੀ ਕੋਕੀਨ, ਪਿੰਕੀ ਸ਼ਰਾਬ, ਤੇ ਪਿੰਕੀ ਗਾਂਜਾ ਵਗੈਰਾ, ਠੀਕ ਹੈ ਨਾ, ਇਸ ਤਰ੍ਹਾਂ ਦੇ ਮਨਸ਼ਿਆਤ ਦੇ ਉੱਤੇ ਪਿੰਕੀ ਲਿਖਿਆ ਹੁੰਦਾ ਸੀ। ਲੇਕਿਨ ਇਹ ਸਾਰਾ ਕੰਮ ਉਹਨੇ ਉਹਦੇ ਕੋਲੋਂ ਸਿੱਖਿਆ, ਤੇ ਕੁਛ ਮਾਲੂਮਾਤ ਇਹਨੇ YouTube ਤੋਂ ਲਿੱਤੀਆਂ, ਤੇ ਜਿਸ ਟਾਈਮ ਮੈਂ ਅਰੈਸਟ ਹੋਈ ਹੈ ਜਨਾਬ, ਤੇ ਉਸ ਟਾਈਮ ਮੈਂ ਘਰ ਦੇ ਵਿੱਚ ਬੈਠ ਕੇ ਤੇ ਆਪਣਾ ਬਣਾਉਂਦੀ ਪਈ ਸੀ, ਤੇ ਪੁਲਿਸ ਨੇ ਛਾਪਾ ਮਾਰਿਆ ਤੇ ਫੜੀ ਗਈ ਹੈ, ਤੇ ਨਸ਼ੇ ਸਮੇਤ ਸਾਰੇ ਮਨਸ਼ਿਆਤ ਸਮੇਤ ਤੇ ਅਸਲੇ ਸਮੇਤ ਵੀ ਫੜੀ ਗਈ ਹੈ। ਤੇ ਇਸੇ ਤਰ੍ਹਾਂ ਹੀ ਇਹ ਨਰਗਿਸ ਹੈਗੀ ਹੈ ਉਰਫ ਮਲਿਕਾ, ਇਹ ਵੀ ਜਨਾਬ ਇਸੇ ਤਰ੍ਹਾਂ ਹੀ ਨਸ਼ਾ ਕਰਦੀ। ਹੁਣ ਕਹਿਣ ਵਾਲੇ ਕਹਿ ਰਹੇ ਨੇ ਜਿਹੜੇ ਅੰਦਰ ਦੇ ਜਿਹੜੇ ਲੋਕ ਹੈਗੇ ਨੇ ਬੈਠੇ ਨੇ ਪੀਪਲ ਪਾਰਟੀ ਦੇ, ਉਹਨਾਂ ਨੇ ਕਿਹਾ ਜੀ ਕਿ ਹੁਕੂਮਤ ਨੇ ਜਿਹੜਾ ਨਾ ਉਹ ਹੁਣ ਆਪਣਾ ਕਮਰ ਕੱਸ ਲਿੱਤੀ ਹੈ, ਤੇ ਉਹਨਾਂ ਨੇ ਕਿਹਾ ਜੀ ਕਿ ਹੁਣ ਇਹਨਾਂ ਜਿਹੜੇ ਮਨਸ਼ਿਆਤ ਫਰੋਸ਼ ਹੈਗੇ ਨੇ ਨਾ, ਮਨਸ਼ਿਆਤ ਦਾ ਕਾਰੋਬਾਰ ਕਰਨ ਵਾਲੇ, ਹੁਣ ਇਹਨਾਂ ਨੂੰ ਨਹੀਂ ਅਸੀਂ ਛੱਡਣਾ, ਹੁਣ ਇਹਨਾਂ ਦੀ ਅਸੀਂ ਜ਼ਿੰਦਗੀ ਜਿਹੜੀ ਨਾ ਅਸੀਂ ਅਜੀਰਨ ਕਰਕੇ ਛੱਡਣੀ, ਇਹ ਕੰਮ ਹਰ ਹਾਲ ਤੋਂ ਖਤਮ ਕਰਨਾ, ਕਿਉਂਕਿ ਹੁਣ ਇਹ ਅੱਗ ਸਾਡੇ ਘਰਾਂ ਦੇ ਵਿੱਚ ਆ ਗਈ, ਸਾਡੇ ਆਪਣੇ ਬੱਚੇ ਵੀ ਜਿਹੜੇ ਨੇ ਨਾ ਉਹ ਮਹਿਫੂਜ਼ ਨਹੀਂ ਹੈਗੇ। ਤੇ ਜਨਾਬ ਬੜੇ ਵੱਡੇ ਨਾਮ ਹੈਗੇ ਨੇ। ਫਿਰ ਉਹ ਤੁਹਾਨੂੰ ਪਤਾ ਇੱਕ ਅਦਾਕਾਰ ਹੈਗਾ ਇੱਕ ਕਰਾਚੀ ਦਾ ਹੀ, ਸਾਜਿਦ ਹਸਨ, ਉਹਦਾ ਪੁੱਤਰ ਸੀ ਸਾਹਿਰ ਹਸਨ, ਉਹ ਵੀ ਫੜਿਆ ਗਿਆ ਸੀ, ਉਹ ਵੀ ਮਨਸ਼ਿਆਤ ਵੇਚਦਾ ਸੀ, ਠੀਕ ਹੈ, ਇਹਦਾ ਨਾਮ ਵੀ ਵਿੱਚ ਆਇਆ ਸੀ, ਤੇ ਇਹਦਾ ਵੀ ਜਿਹੜਾ ਨਾ ਇਹਦੇ ਉੱਤੇ ਵੀ ਲਾਲ ਦਾਇਰਾ ਲੱਗਿਆ ਹੋਇਆ। ਫਿਰ ਉਹ ਤੁਹਾਨੂੰ ਯਾਦ ਹੋਏਗਾ ਕਿ ਉਹ ਅਰਮਗਾਨ ਇੱਕ ਮੁੰਡਾ ਹੈਗਾ, ਠੀਕ ਹੈ, ਨੌਜਵਾਨ ਹੀ ਹੈਗਾ, ਤੇ ਉਹ ਵੀ ਮਨਸ਼ਿਆਤ ਵੇਚਦਾ ਹੋਇਆ ਫੜਿਆ ਗਿਆ ਸੀ, ਤੇ ਨਾਲੇ ਉਹਨੇ ਬਕਾਇਦਾ ਆਪਣੇ ਸਗੇ ਦੋਸਤ ਆਮਿਰ ਮੁਸਤਫਾ ਦਾ ਕਤਲ ਵੀ ਕੀਤਾ। ਐਸੇ ਚੱਕਰ ਦੇ ਵਿੱਚ ਦੋਵਾਂ ਨੇ ਨਸ਼ੇ ਕੀਤੇ, ਕੁੜੀ ਦਾ ਚੱਕਰ ਵਿੱਚ ਨਿਕਲ ਆਇਆ, ਤੇ ਉਹਨੇ ਉਹਨੂੰ ਮਾਰ ਕੇ ਤੇ ਗੱਡੀ ਦੇ ਵਿੱਚ ਬਿਠਾ ਕੇ ਗੱਡੀ ਨੂੰ ਅੱਗ ਲਾ ਦਿੱਤੀ, ਤੇ ਇਸੇ ਤਰ੍ਹਾਂ ਉਹਨੇ ਕੋਈ ਸੀਨ ਇਸ ਤਰ੍ਹਾਂ ਚਲਾਇਆ ਕਿ ਲੋ ਜੀ ਕੋਈ ਐਕਸੀਡੈਂਟ ਹੋ ਗਿਆ, ਲੇਕਿਨ ਉਹ ਬਾਅਦ ਵਿੱਚ ਜਦੋਂ ਕੜੀਆਂ ਮਿਲੀਆਂ ਤਾਂ ਫੜਿਆ ਗਿਆ। ਤੇ ਫਿਰ ਅਰਮਗਾਨ ਹਾਲੇ ਵੀ ਪੁਲਿਸ ਦੀ ਹਿਰਾਸਤ 'ਚ ਹੈਗਾ, ਠੀਕ ਹੈ, ਤੇ ਅਰਮਗਾਨ ਜਦੋਂ ਜਨਾਬ ਇਹਨੂੰ ਜਦੋਂ ਪੁਲਿਸ ਫੜਨ ਗਈ ਹੈ, ਤੇ ਇਹਨੇ ਅੰਦਰੋਂ ਫਾਇਰਿੰਗ ਕਰ ਦਿੱਤੀ। ਜ਼ਿਆਦਾ ਤੋਂ ਜ਼ਿਆਦਾ ਇਹਦੀ ਉਮਰ ਜਨਾਬ 23-24 ਸਾਲ ਹੋਣੀ,
ਇਹ ਤੁਸੀਂ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਇਹ ਕੰਮ ਹੋ ਰਿਹਾ ਤੇ ਮੁੰਡੇ ਤੇ ਕੁੜੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਯੰਗ ਉਮਰ ਦੇ ਵਿੱਚ ਜਿਹੜਾ ਨਾ ਇਹ ਕੰਮ ਕਰਦੇ ਨੇ। ਠੀਕ ਹੈ। ਤੇ ਜਨਾਬ ਅਲੀ ਉਹ ਫਿਰ ਜਦੋਂ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਇਹਨੇ ਫਾਇਰਿੰਗ ਕਰ ਦਿੱਤੀ, ਲੇਕਿਨ ਫਿਰ ਵੀ ਪੁਲਿਸ ਨੇ ਜਿਹੜਾ ਸੀ ਨਾ ਮੁਕਾਬਲਾ ਕੀਤਾ ਤੇ ਇਹਨੂੰ ਫੜ ਲਿਆ। ਤੇ ਉਹ ਇੱਕ ਡੀਐਸਪੀ ਸਾਹਿਬ ਹੈਗੇ ਸਨ ਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ ਤੇ ਉਹ ਵਿਚਾਰੇ ਜ਼ਖਮੀ ਹੋ ਗਏ ਬੜੀ ਸ਼ਦੀਦ। ਤੇ ਉਹਨਾਂ ਦੇ ਬਾਰੇ 'ਚ ਪਤਾ ਲੱਗਾ ਕਿ ਉਹ ਜ਼ਖਮਾਂ ਦੀ ਤਾਬ ਨਾ ਲਾ ਸਕੇ ਤੇ ਉਹ ਵਫਾਤ ਪਾ ਗਏ ਨੇ। ਤੇ ਜਨਾਬ ਹੁਣ ਇਹਦੇ ਉੱਤੇ ਕਤਲ ਦਾ ਮੁਕੱਦਮਾ ਵੀ ਜਿਹੜਾ ਨਾ ਉਹ ਵੀ ਦਰਜ ਹੋ ਗਿਆ ਜੇ। ਤੇ ਇਹ ਮੁੰਡਾ ਮੈਨੂੰ ਬਾਹਰ ਨਿਕਲਦਾ ਹੋਇਆ ਨਜ਼ਰ ਤੇ ਨਹੀਂ ਆ ਰਿਹਾ ਜੇ ਤੇ ਕੋਈ ਵੱਡੀ ਅਸਾਮੀ ਨਾ ਵਿੱਚ ਪਈ। ਹੁਣ ਇਹਦਾ ਪਿਓ ਜਿਹੜਾ ਉਹ ਵੀ ਡਰੱਗ ਡੀਲਰ ਹੈਗਾ ਜੇ। ਉਹ ਜਨਾਬ ਉਹ ਜੱਜ ਦੇ ਚੈਂਬਰ ਤੋਂ ਨਿਕਲਦਾ ਹੋਇਆ ਨਜ਼ਰ ਆਇਆ, ਸਹਾਫੀਆਂ ਨੂੰ ਫੜ ਲਿਆ ਤੇ ਉਹ ਮੂੰਹ ਲੁਕਾਉਂਦਾ ਹੋਇਆ ਦੌੜ ਗਿਆ। ਤੇ ਇਹੀ ਸ਼ੱਕੋ ਸ਼ੁਬਾ ਕੀਤਾ ਜਾ ਰਿਹਾ ਕਿ ਜੱਜ ਵੀ ਜਿਹੜੇ ਨੇ ਨਾ ਉਹ ਵੀ ਇਸ ਕੰਮ ਦੇ ਵਿੱਚ ਮੁਲਵਸ ਨੇ, ਉਹ ਵੀ ਸਹੂਲਤਕਾਰੀ ਕਰ ਰਹੇ। ਪੁਲਿਸ ਤੇ ਕਰ ਹੀ ਰਹੀ ਹੈ ਲੇਕਿਨ ਜੱਜ ਤੇ ਵਕੀਲ ਵੀ ਜਿਹੜੇ ਨੇ ਨਾ ਉਹ ਵੀ ਇਹ ਕੰਮ ਜਿਹੜੇ ਨੇ ਨਾ ਧੜੱਲੇ ਨਾਲ ਕਰ ਰਹੇ ਨੇ ਤੇ ਇਸ ਦੀ ਆੜ ਦੇ ਵਿੱਚ ਜਿਹੜਾ ਨਾ ਆਪਣਾ ਖਜ਼ਾਨਾ ਭਰਦੇ ਪਏ ਨੇ। ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਜਿਹੜੇ ਨੇ ਉਹਨਾਂ ਨੇ ਜਨਾਬ ਇਸ ਚੀਜ਼ ਦਾ ਸਖਤੀ ਦਾ ਨੋਟਿਸ ਲਿੱਤਾ ਤੇ ਉਹਨਾਂ ਨੇ ਕਿਹਾ ਕਿ ਜੀ ਕਿ ਸਾਡੇ ਇੱਥੋਂ ਸ਼ਹਿਰ ਤੋਂ ਇੱਕ ਬੰਦਾ ਫੜ ਕੇ ਲੈ ਕੇ ਜਾ ਰਹੀ ਹੈ ਪੁਲਿਸ ਤੇ ਸਾਨੂੰ ਪਤਾ ਨਹੀਂ ਲੱਗਿਆ। ਤੇ ਉਹਨਾਂ ਨੇ ਜਨਾਬ ਜਿਹੜਾ ਨਾ ਮਜ਼ੀਦ ਜਿਹੜੀ ਨਾ ਇਹਦੀ ਤਹਿਕੀਕਾਤ ਦਾ ਹੁਕਮ ਦੇ ਦਿੱਤਾ ਤੇ ਉਹਨਾਂ ਨੇ ਮੁਤਾਲਬਾ ਕਰ ਦਿੱਤਾ ਕਿ ਜੋ ਹੀ ਜਿਹੜਾ ਨਾ ਸਿੰਧ ਪੁਲਿਸ ਆਪਣੀ ਤਫਤੀਸ਼ ਮੁਕੰਮਲ ਕਰਦੀ ਤੇ ਇਹਨੂੰ ਸਾਡੇ ਹਵਾਲੇ ਕਰੋ। ਨਾਲੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਨੇ ਬੜੇ ਗੁੱਸੇ ਤੇ ਬਰਹਮੀ ਦਾ ਇਜ਼ਹਾਰ ਕੀਤਾ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਨਾ ਕਿ ਇਹਦੇ ਵਿੱਚ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਮੁਲਵਸ ਹੈਗੇ ਨੇ ਤੇ ਉਹਨਾਂ ਨੇ ਕਿ ਇਹ ਜਿਹੜਾ ਕੇਸ ਹੈਗਾ ਨਾ ਉਹ CCTV ਨੂੰ ਦੇ ਦਿੱਤਾ। ਠੀਕ ਹੈ। ਤੇ ਉਹਨੂੰ ਕਹਿ ਦਿੱਤਾ ਕਿ ਜੀ ਕਿ ਇਹਨਾਂ ਨੂੰ ਫੜੋ ਤੇ ਇਹਨਾਂ ਦੇ ਜਿਹੜਾ ਨਾ ਕਿ ਇਨਕੁਆਇਰੀਆਂ ਕਰੋ। ਤੇ ਉਹ ਜਿਹੜਾ ਇਹਦਾ ਮੌਜੂਦਾ ਸ਼ੌਹਰ ਹੈਗਾ ਨਾ ਰਾਣਾ ਅਕਰਮ ਜਿਹੜਾ ਕਿ ਪੁਲਿਸ ਆਫੀਸਰ ਸੀ ਪਹਿਲੇ, ਤੇ ਉਹਨੇ ਜਨਾਬ ਜਦੋਂ ਇਹਨੂੰ ਅਰੈਸਟ ਕੀਤਾ ਲਾਹੌਰ ਤੋਂ ਤੇ ਉਹਨੇ ਜਨਾਬ ਇਹਦੇ ਨਾਲ ਨਿਕਾਹ ਕਰ ਲਿਆ ਤੇ ਉਹ ਰਿਟਾਇਰਡ ਤੇ ਹੋ ਗਿਆ ਲੇਕਿਨ ਉਹਨੇ ਵੀ ਜਿਹੜਾ ਨਾ ਬੜੀ ਮਾਵਨਤ ਕੀਤੀ। ਉਹਨੇ ਵੀ ਜਿਹੜਾ ਨਾ ਆਪਣੀ ਪੁਲਿਸ ਦੀ ਵਰਦੀ ਪਾ ਕੇ ਜਿਹੜਾ ਨਾ ਮਨਸ਼ਿਆਤ ਫਰੋਚੀ ਜਿਹੜਾ ਨਾ ਉਹ ਕਰਦਾ ਰਿਹਾ। ਤੇ ਜਨਾਬ ਉਹ ਇਸ ਟਾਈਮ ਰੋਪੂਸ਼ ਹੈਗਾ ਤੇ ਪੁਲਿਸ ਜਿਹੜੀ ਇਹਨਾਂ ਨੂੰ ਛਾਪੇ ਮਾਰ ਰਹੀ ਹੈ, ਜਗ੍ਹਾ ਜਗ੍ਹਾ ਲੱਭਦੀ ਪਈ ਹੈ। ਜੂੰ ਹੀ ਉਹ ਫੜਿਆ ਗਿਆ ਮੰਜ਼ਰ ਆਮਦ 'ਚ ਆ ਗਿਆ ਤੇ ਫਿਰ ਉਹ ਵੀ ਜਦੋਂ ਬੋਲੇਗਾ ਤੇ ਫਿਰ ਹੋਰ ਗੱਲਾਂ ਸਾਹਮਣੇ ਆਉਣਗੀਆਂ। ਬੜਾ ਮਰੀਮ ਨਵਾਜ਼ ਸਾਹਿਬਾ ਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਨਾ ਇਸ ਕੇਸ ਦੀ ਜਿਹੜਾ ਨਾ ਤਹਿ ਤੱਕ ਜਾਵਾਂਗੇ, ਪੂਰੀ ਤਹਿਕੀਕਾਤ ਕਰਾਂਗੇ ਤੇ ਇਹਨੂੰ ਜਿਹੜਾ ਨਾ ਅਸੀਂ ਜਿਹੜਾ ਨਾ ਸਜ਼ਾ ਜਿਹੜਾ ਨਾ ਦਿਲਵਾ ਕੇ ਛੱਡਾਂਗੇ ਕਿਉਂਕਿ ਇਹ ਜਿਹੜਾ ਨਾ ਮਾਸ਼ਰੇ ਦਾ ਨਾਸੂਰ ਬਣ ਚੁੱਕੇ ਨੇ। ਇਹ ਨਾ ਸਿਰਫ ਵੱਡੇ ਵੱਡੇ ਲੋਕਾਂ ਨੂੰ ਬਲਕਿ ਬੱਚਿਆਂ ਨੂੰ ਵੀ ਜਿਹੜਾ ਨਾ ਉਹ ਵੀ ਮਨਸ਼ਿਆਤ ਦਾ ਆਦੀ ਬਣਾ ਰਹੇ ਨੇ। ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਨੇ ਨਾ ਮਨਸ਼ਿਆਤ ਬੜੀ ਤੇਜ਼ੀ ਦੇ ਨਾਲ ਜਿਹੜੀ ਨਾ ਵਾਇਰਲ ਹੋ ਰਹੀ ਹੈ, ਫੈਲਦੀ ਪਈ ਹੈ ਤੇ ਬੱਚੇ ਜਿਹੜੇ ਨੇ ਨਾ ਉਹ ਮਨਸ਼ਿਆਤ ਦੇ ਆਦੀ ਹੋ ਰਹੇ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਮੁਲਕ ਦੇ ਵਿੱਚ ਸਾਡੇ ਜਿਹੜੇ ਮੁਸਤਕਬਲ ਹੈ ਸਾਡੇ ਬੱਚੇ ਉਹ ਮਨਸ਼ਿਆਤ ਦੇ ਆਦੀ ਹੋ ਜਾਣਗੇ ਤੇ ਫਿਰ ਮੁਲਕ ਦੀ ਬਾਗਡੋਰ ਕੌਣ ਸੰਭਾਲੇਗਾ? ਇਹ ਹੁਣ ਫੈਸਲਾ ਤੁਸੀਂ ਆਪ ਕਰਨਾ। ਤੇ ਲਿਹਾਜ਼ਾ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖੋ ਤੇ ਆਪਣੇ ਬੱਚਿਆਂ ਨੂੰ ਦੇਖੋ ਕਿ ਕਿਸੇ ਗਲਤ ਸੁਸਾਇਟੀ ਦੇ ਵਿੱਚ ਤੇ ਨਹੀਂ ਜਾ ਰਹੇ ਤੇ ਮਨਸ਼ਿਆਤ ਫਰੋਸ਼ਾਂ ਕੋਲੋਂ ਜਿਹੜੇ ਮਨਸ਼ਿਆਤ ਦੇ ਆਦੀ ਜਿਹੜੇ ਹੈਗੇ ਨੇ ਮੁੰਡੇ ਕੁੜੀਆਂ ਉਹਨਾਂ ਕੋਲੋਂ ਆਪਣੇ ਬੱਚਿਆਂ ਨੂੰ ਦੂਰ ਕਰੋ। ਲੇਕਿਨ ਜਿਹੜੇ ਮਨਸ਼ਿਆਤ ਵਾਲੇ ਤੁਹਾਨੂੰ ਨਜ਼ਰ ਆ ਰਹੇ ਉਹਨਾਂ ਦੀ ਰਿਪੋਰਟ ਕਰੋ ਬਕਾਇਦਾ, ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਾਓ। ਠੀਕ ਹੈ ਨਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਾ ਤੁਸੀਂ ਆਪਣੇ ਮਾਸ਼ਰੇ ਤੋਂ ਗੰਦਗੀ ਨੂੰ ਖਤਮ ਕਰ ਸਕਦੇ ਹੋ। ਤੇ ਜਨਾਬੀ ਅਲੀ ਇਹ ਹੈਗੀਆਂ ਸਨ ਅੱਜ ਦੀਆਂ ਖਬਰਾਂ ਜਿਹੜੀਆਂ ਕਿ ਖਾਸ ਅਨਮੋਲ ਪਿੰਕੀ ਤੇ ਉਹ ਜਿਹੜੀ ਦੂਸਰੀ ਨਰਗਿਸ ਉਰਫ ਮਲਿਕਾ ਉਹਦੇ ਬਾਰੇ ਸੀ। ਮਰੀਮ ਨਵਾਜ਼ ਦਾ ਐਕਸ਼ਨ ਸਾਹਮਣੇ ਆ ਗਿਆ। ਹੁਣ ਉਹ ਜਿੰਨੀ ਦੇਰ ਤੱਕ ਤੁਹਾਨੂੰ ਪਤਾ ਮਰੀਮ ਨਵਾਜ਼ ਸਾਹਿਬਾ ਜਿਸ ਕੇਸ ਦੇ ਪਿੱਛੇ ਪੈ ਜਾਣ ਤੇ ਉਹ ਫਿਰ ਉਹਨੂੰ ਪਾਇਆ ਤਕਮੀਲ ਤੱਕ ਪਹੁੰਚਾ ਕੇ ਛੱਡਦੀ, ਉਹਦਾ ਅੰਜਾਮ ਕੱਢ ਕੇ ਛੱਡਦੀ। ਤੇ ਇਨਸ਼ਾਅੱਲਾ ਤਾਲਾ ਸਾਨੂੰ ਉਮੀਦ ਹੈ ਕਿ ਜੂੰ ਹੀ ਇਹ ਕੇਸ ਮਰੀਮ ਨਵਾਜ਼ ਸਾਹਿਬਾ ਦੇ ਕੋਲ ਆਏਗਾ, ਪੰਜਾਬ ਕੋਲ ਆਏਗਾ ਤੇ CCTV ਕੋਲ ਜਦੋਂ ਆਏਗਾ ਤੇ ਫਿਰ ਇਨਸ਼ਾਅੱਲਾ ਤਾਲਾ ਜਿਹੜਾ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਤੇ ਮਜ਼ੀਦ ਹੋਰ ਜਿਹੜੀਆਂ ਹੈਗੀਆਂ ਨਾ ਉਹ ਕੜੀਆਂ ਖੁੱਲਣਗੀਆਂ ਤੇ ਪਤਾ ਲੱਗ ਜਾਏਗਾ ਕਿ ਕੌਣ ਕੌਣ ਪੰਜਾਬ ਦੇ ਮੁਲਵਸ ਹੈਗਾ ਤੇ ਫਿਰ ਉਹਨਾਂ ਨੂੰ ਬਕਾਇਦਾ ਅਰੈਸਟ ਵੀ ਕੀਤਾ ਜਾਏਗਾ ਤੇ ਕਰਾਰ ਵਾਕਿਆ ਜਿਹੜੀ ਨਾ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ। ਤੇ ਜਨਾਬ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰੋ ਲੇਕਿਨ ਤਹਿਜ਼ੀਬ ਦੇ ਦਾਇਰੇ ਨਾਲ। ਆਪਣਾ ਵੀਲੌਗ ਮੈਂ ਇਸ ਨਾਰੇ ਦੇ ਨਾਲ ख़त्म करना, पाकिस्तान हमेशा जिंदाबाद।